Hello friends and welcome to SIEC Canada Updates. ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਟਾਈਮ ਟੂ ਟਾਈਮ ਤੁਹਾਡੇ ਵਾਸਤੇ ਨਵੇਂ ਪ੍ਰੋਗਰਾਮਸ ਪ੍ਰੋਸੈਸਸ ਬਾਕੀ ਸਾਰੀ ਇਮੀਗ੍ਰੇਸ਼ਨ ਤੋਂ ਰਿਲੇਟਡ ਜਿਹੜੀ ਇਨਫੋਰਮੇਸ਼ਨ ਹੈ ਉਸ ਦੇ ਬਾਰੇ ਅਸੀਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਾਂ। ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਉਹ ਇੱਕ ਬੜੇ ਹੀ ਕਾਮਨ ਐਂਡ ਜਨਰਲ ਜੇ ਟੂਲ ਨੂੰ ਯੂਜ਼ ਕਰਨ ਵਾਸਤੇ ਹੈ ਜਿਸ ਨੂੰ ਕਿ ਅਸੀਂ CRS ਟੂਲ ਕਹਿੰਦੇ ਹਾਂ, ਕੰਪਰੀਹੈਂਸਿਵ ਰੈਂਕਿੰਗ ਸਿਸਟਮ ਟੂਲ। ਸੋ ਇਸ ਟੂਲ ਦਾ ਯੂਜ਼ ਜਿਹੜਾ ਹੈਗਾ ਅਪਰੋਕਸੀਮੇਟਲੀ ਐਵਰੀ ਐਪਲੀਕੈਂਟ ਜਿਸਨੇ ਵੀ PR ਦੇ ਵਾਸਤੇ ਕੈਨੇਡਾ ਦੇ ਟਰਾਈ ਕਰਨਾ ਹੈ ਉਹ ਇੱਕ ਵਾਰ ਉਹਨਾਂ ਨੂੰ ਇਹ ਟੂਲ ਜ਼ਰੂਰ ਯੂਜ਼ ਕਰਨਾ ਹੁੰਦਾ ਹੈ। ਟੂਲ ਬਹੁਤ ਸਿੰਪਲ ਹੈ, ਉਸਦੀ ਜਿਹੜੀ ਸਿਲੈਕਸ਼ਨ ਹੈਗੀ ਹੈ, ਫੈਕਟਰਸ ਜਿਹੜੇ ਹੈ, ਜਿਹੜੀ ਆਪਸ਼ਨਸ ਉਸ ਦੇ ਅੰਦਰ ਅਵੇਲੇਬਲ ਹੈ, ਉਹਨਾਂ ਦੀ ਕੁਝ ਇੰਪੋਰਟੈਂਸ ਹੈ ਟੂਵਰਡਸ ਦ ਵੇਟੇਜ ਆਫ CRS ਸਕੋਰ। ਸੋ ਅੱਜ ਅਸੀਂ ਇਸ ਵੀਡੀਓ ਦੇ ਅੰਦਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਤੁਸੀਂ ਇਸ ਟੂਲ ਨੂੰ ਕਿਵੇਂ ਯੂਜ਼ ਕਰ ਸਕਦੇ ਹੋ, ਕਿਸ ਆਪਸ਼ਨ ਦਾ ਕੀ ਮੀਨਿੰਗ ਹੈ, ਕੀ ਵੇਟੇਜ ਹੈ। So we'll go ahead and start with that information. So what you can do is you can go to Google and you can go ahead and start typing CRS tool Canada. So a jada link hai, you can go ahead and follow this comprehensive ranking system tool skilled immigrants express entry. Okay. Now we'll start with this tool, how to go ahead and use it. So if you go ahead and pay attention, so the first question is what is your marital status? क्या तुसी मैरिड हो, डिवोर्स्ड हो, विडोड हो, सो ऑल दो स्टेटस। नाउ उरे देखोगे तुसी बहुत सारी इन्फॉर्मेशन गिवन है, सो देयर आर लाइक 1 2 3 7 ऑप्शंस विच आर गिवन टू यू, बट बेसिकली पॉइंट्स ਜਿਹੜੇ ਹੈਗੇ ਨੇ ਉਹ ਸਿਰਫ ਦੋ ਫੈਕਟਰਸ ਦੇ ਉੱਤੇ ਡਿਪੈਂਡ ਕਰਦੇ हैं कि क्या ਤੁਹਾਡੇ ਨਾਲ ਤੁਹਾਡਾ ਸਪਾਊਸ ਕੈਨੇਡਾ ਮਾਈਗ੍ਰੇਟ ਕਰ ਰਿਹਾ ਹੈ ਔਰ नो। ठीक है, सिर्फ यही इक्वेशन जो मैटर करता है। सो वेदर तुसी सिंगल हो, डिवोर्स्ड हो, सेपरेटेड हो, विडोड हो, ठीक है, और मैरिड हो, सो ओनली थिंग दैट मैटर्स अंडर दिस क्वेश्चन इज टू गो अहेड एंड इंक्लूड योर स्पाउस और नॉट। So generally speaking we'll go with the never married option because more points are awarded if you are going independently or alone, okay, if you don't have any dependent in it. So ये हो गया फर्स्ट क्वेश्चन। then second is how old are you? now if you go ahead and check 17 ਦੀ age ਤੋਂ ਲੈ ਕੇ 45 ਦੀ age तक ਉਹਦੇ ਸਾਰੇ ਇਨਫੋਰਮੇਸ਼ਨ ਗਿਵਨ ਹੈ। मैक्सिमम पॉइंट्स जो ਤੁਹਾਨੂੰ ਮਿਲਦੇ हैं वो मिलते हैं for the age of 21 to 29। so if you are between 21 years of age or till 29 years of age you get the maximum points for your age। so for the purpose of this assessment we'll go with 27, let's say, okay। then the next question is what is your level of education? तो ਤੁਹਾਡੀ ਜੋ ਹਾਈਐਸਟ ਕ੍ਰੈਡੈਂਸ਼ੀਅਲਸ ਹੈ ਉਹ ਕੀ ਹੈ? ਮਾਸਟਰਸ ਕੀਤੀ ਹੈ ਤੁਸੀਂ, ਬੈਚਲਰਸ ਕੀਤੀ ਹੈ, ਬੈਚਲਰਸ ਤੋਂ ਬਾਅਦ PG ਡਿਪਲੋਮਾ ਕੀਤਾ ਹੈ, ਜਸਟ +2 ਕੀਤੀ ਹੋਈ ਹੈ, ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਆਪਾਂ ਉਰੇ ਸਬਮਿਟ ਕਰਦੇ ਹਾਂ। ਸੋ ਇਫ ਯੂ ਗੋ ਹੈਡ ਐਂਡ ਚੈੱਕ ਦਿਸ ਆਪਸ਼ਨ ਇਸ ਦੇ ਅੰਦਰ ਫਰਸਟ ਆਪਸ਼ਨ ਹੈ ਹਾਈ ਸਕੂਲ, ਸੋ ਵਿਚ ਇਜ਼ 10th, ਸੈਕੰਡਰੀ ਸਕੂਲ ਵਿਚ ਇਜ਼ ਹਾਈ ਸਕੂਲ ਗ੍ਰੈਜੂਏਸ਼ਨ ਵਿਚ ਇਜ਼ ਆਲਸੋ ਨੋਨ ਐਜ਼ 12th ਇਨ ਇੰਡੀਆ। ਦੈਨ ਉਸ ਤੋਂ ਬਾਅਦ ਆ ਜਾਂਦਾ 1 ਈਅਰ ਦਾ ਪ੍ਰੋਗਰਾਮ। ਸੋ ਕੁਛ ਲੋਕਾਂ ਨੇ 10th ਤੋਂ ਬਾਅਦ, ਕੁਛ ਬੱਚਿਆਂ ਨੇ 10th ਤੋਂ ਬਾਅਦ ਹੀ ਜਿਹੜੇ ਹੈਗੇ ਆਪਣੇ ਡਿਪਲੋਮਾ ਕੋਰਸਿਸ ਕੀਤੇ ਹੁੰਦੇ ਹੈ। ਸੋ ਮੋਸਟਲੀ ਜੇ ਉਹਨਾਂ ਨੇ 3 ਈਅਰ ਦਾ ਡਿਪਲੋਮਾ ਕੀਤਾ ਹੈ ਤਾਂ ਉਸ ਨੂੰ ਇਕੁਇਵਲੈਂਸੀ ਜਿਹੜੀ ਆ 1 ਈਅਰ ਪ੍ਰੋਗਰਾਮ ਤੱਕ ਦੀ ਮਿਲਦੀ ਹੁੰਦੀ ਹੈ। then you go for 2 year programs, again diploma courses, फिर bachelor's degree आ जाती है 3 or more years ਦੀ, then 2 or more certificate diploma degree। so ਇੱਕ ਤੁਹਾਡੇ ਕੋਲ bachelor's ਦੀ 3 years ਦੀ education plus 1 ਸਾਲ ਦਾ ਵੀ ਜੇ ਹੋਰ diploma ਹੈ ਤਾਂ ਤੁਹਾਨੂੰ ਇਹ ਵਾਲੀ option ਜਿਹੜੀ ਹੈ choose ਕਰਨੀ ਹੈ 2 or more certificates। then ਜੇ ਤੁਹਾਡੇ ਕੋਲ master's degree ਹੈ ਜਾਂ professional degree ਹੈ, let's say you are a lawyer, okay, you have done BA LLB। ਸੋ BA LLB ਜਿਹੜੀ ਹੈ ਉਸਨੂੰ ਪ੍ਰੋਫੈਸ਼ਨਲ ਡਿਗਰੀ ਜਿਹੜਾ ਹੈ ਵੈਸ ਐਂਡ ਅਦਰ ਇੰਸਟੀਟਿਊਟਸ ਜਿਹੜੇ ਹੈ ਉਹਨੂੰ ਇਵੈਲੂਏਟ ਕਰਦੇ ਹੈ। ਸੋ ਇਟ ਇਜ਼ ਇਕੁਅਲੈਂਟ ਟੂ ਮਾਸਟਰਸ ਕਿਉਂਕਿ ਤੁਹਾਡੇ ਇੰਟੀਗ੍ਰੇਟਿਡ ਕੋਰਸ ਸੀ। ਸੋ ਯੂ ਨੀਡ ਟੂ ਗੋ ਅहेਡ ਐਂਡ ਸਿਲੈਕਟ ਦਿਸ। ਮੈਕਸਿਮਮ ਪੁਆਇੰਟਸ ਦੈਟ ਯੂ ਗੈਟ ਫॉर ਐਜੂਕੇਸ਼ਨ ਇਜ਼ ਇਫ ਯੂ ਹੈਵ ਅ PhD ਡਿਗਰੀ, ਇਫ ਯੂ ਹੈਵ ਅ ਡਾਕਟਰੇਟ। ਇਫ ਨੋਟ ਤਾਂ ਸੈਕਿੰਡ ਬੈਸਟ ਜਿਹੜਾ ਹੁੰਦਾ ਉਹ ਮਾਸਟਰਸ ਜਾਂ ਪ੍ਰੋਫੈਸ਼ਨਲ ਡਿਗਰੀ ਦੇ ਸਕੋਰਸ ਹੁੰਦੇ ਹਨ। ਸੋ ਫॉर ਦ ਸੇਕ ਆਫ ਦਿਸ ਐਪਲੀਕੇਸ਼ਨ ਵਿਲ ਗੋ ਵਿਦ ਮਾਸਟਰਸ ਐਜ਼ ਆਫ ਨਾਓ। then the next question 4B is have you earned a Canadian degree, diploma or certificate? so any education ਜੋ ਤੁਸੀਂ ਕੈਨੇਡਾ ਦੇ ਅੰਦਰ ਹਾਸਿਲ ਕੀਤੀ ਹੈ, ਕੈਨੇਡਾ ਦੇ ਅੰਦਰ ਐਕਵਾਇਰ ਕੀਤੀ ਹੈ, ਤੁਹਾਡੇ ਕੋਲ ਕੋਈ ਓਨਟਾਰੀਓ ਗ੍ਰੈਜੂਏਟ ਡਿਪਲੋਮਾ ਸਰਟੀਫਿਕੇਟ ਹੈ ਜਾਂ ਮਾਸਟਰਸ ਹੈ ਕੈਨੇਡਾ ਤੋਂ, ਤਾਂ ਤੁਸੀਂ ਇਸ ਇਨਫੋਰਮੇਸ਼ਨ ਨੂੰ ਯੈਸ ਕਰ ਦੋਗੇ। ਬਟ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਫਿਰ ਆਪਾਂ ਇਸ ਇਨਫੋਰਮੇਸ਼ਨ ਨੂੰ ਨੋ ਕਰਾਂਗੇ। ਸੋ ਇਹ ਪ੍ਰੈਕਟੀਕਲੀ ਕਹਿ ਸਕਦੇ ਹੋ ਕਿ ਇਹ ਕੁਐਸਚਨ ਤਦ ਐਕਟੀਵੇਟ ਹੁੰਦਾ ਹੈ ਇਸ ਵਾਸਤੇ ਜਦ ਤੁਸੀਂ ਐਜ਼ ਅ ਸਟੂਡੈਂਟ ਉਧਰ ਮਾਈਗ੍ਰੇਟ ਕੀਤਾ ਹੈ ਕੈਨੇਡਾ ਤੇ ਉੱਥੇ ਤੁਸੀਂ ਐਜੂਕੇਸ਼ਨ ਆਪਣੀ ਫਿਨਿਸ਼ ਕੀਤੀ ਹੈ, ਉਸ ਦੇ ਤੁਹਾਨੂੰ ਐਡੀਸ਼ਨਲ ਪੁਆਇੰਟਸ ਮਿਲਦੇ ਹੈ। ਨਾਓ ਇਫ ਆਈ ਗੋ ਅहेਡ ਐਂਡ ਟਾਕ ਅਬਾਊਟ ਐਡੀਸ਼ਨਲ ਪੁਆਇੰਟਸ, ਮੈਂ ਇੱਕ ਵਾਰ ਨੂੰ ਇਹ ਯੈਸ ਕਰਕੇ ਤੁਹਾਨੂੰ ਦਿਖਾ ਦਿੰਦਾ। ਸੋ ਇਹ ਆ ਜਾਂਦਾ ਹੈ ਕਿ ਤੁਸੀਂ ਕੈਨੇਡਾ ਦੇ ਅੰਦਰੋਂ ਦੀ ਨੈਕਸਟ ਕੁਐਸਚਨ ਆ ਜਾਂਦਾ ਹੈ ਕਿ ਤੁਸੀਂ ਕੈਨੇਡਾ 'ਚ ਕੀ ਕੀਤਾ ਹੈ, ਡਿਗਰੀ ਕੀਤੀ ਹੈ, ਡਿਪਲੋਮਾ ਕੀਤਾ ਹੈ, ਮਾਸਟਰਸ ਕੀਤੀ ਹੈ। ਸੋ ਜੇਕਰ ਤੁਹਾਡਾ ਜਿਹੜਾ ਹੈਗੀ ਐਜੂਕੇਸ਼ਨ ਫਰੋਮ ਵਿਦ ਇਨ ਕੈਨੇਡਾ 1 ਜਾਂ 2 ਈਅਰ ਸਰਟੀਫਿਕੇਟ ਦੀ ਹੈ ਤਾਂ ਤੁਹਾਨੂੰ 15 ਪੁਆਇੰਟਸ ਮਿਲਦੇ ਹੁੰਦੇ ਐਂਡ ਦਿਸ ਇਜ਼ ਦ ਆਪਸ਼ਨ ਦੈਟ ਯੂ ਗੋ ਫॉर।
ਜੇ ਤੁਸੀਂ ਮਾਸਟਰਸ ਕੀਤੀ ਹੈ ਈਵਨ ਇਫ ਇਟ ਇਜ਼ ਫॉर 1 ईयर, ਸੋ ਲੈਟਸ ਸੇ ਉਧਰ ਕੁਝ ਪ੍ਰੋਗਰਾਮਸ ਹੁੰਦੇ हैं ਕੈਨੇਡਾ ਦੇ ਅੰਦਰ ਜੋ ਸਿਰਫ 1 ਸਾਲ ਦੀ ਡਿਊਰੇਸ਼ਨ ਦੇ ਹੁੰਦੇ हैं, ਬਟ ਦੇ ਆਰ ਕੰਸੀਡਰਡ ਟੂ ਬੀ ਮਾਸਟਰਸ ਪ੍ਰੋਗਰਾਮਸ ਫॉर 1 ईयर ਆਲਸੋ. So all those programs or any degree or diploma that you have done for more than 3 years, ਉਸ ਦੇ equivalency ਤੁਹਾਨੂੰ masters ਦੇ according points ਮਿਲਣਗੇ, which means you will get 30 points added onto your overall CRS score. So as I discussed earlier, ਹੁਣ ਜਿਵੇਂ ਡਿਸਕਸ ਕਰ ਰਹੇ ਹਾਂ ਆਪਾਂ ਉਹਨਾਂ ਐਪਲੀਕੈਂਟਸ ਵਾਸਤੇ ਜੋ ਕੈਨੇਡਾ ਤੋਂ ਬਾਹਰ ਨੇ. ਸੋ ਆਪਾਂ ਇਸ 4th ਕੁਐਸਚਨ ਨੂੰ ਕਿ ਕੈਨੇਡੀਅਨ ਡਿਗਰੀ ਔਰ ਡਿਪਲੋਮਾ ਹੈ ਉਸ ਨੂੰ ਆਪਾਂ ਨੋ ਕਰ ਦਾਂਗੇ just for the sake of it. Then comes your official language or your IELTS or CELPIP test results. So you need to make sure कि ਤੁਹਾਡਾ ਜਿਹੜਾ IELTS ਦਾ ਜਾਂ English language ਦਾ ਜੋ ਸਕੋਰ ਹੈ ਉਹ at least 2 years old ਹੋਣਾ ਚਾਹੀਦਾ ਹੈ. ਜੇਕਰ ਉਹ not at least, sorry, within last 2 years ਦੇ ਅੰਦਰ ਰਿਕੁਆਇਰ ਕੀਤਾ ਹੋਇਆ ਹੋਣਾ ਚਾਹੀਦਾ ਹੈ, because the expiration date for these results are only 2 years, up to 2 years. So in case ਜੇ ਤੁਹਾਡਾ less than 2 years old ਹੈ, then you'll say yes. Then you will mention कि तुसी CELPIP कितनी है, IELTS कितनी है, which type of exam you have given. So let's say you gave IELTS. Okay. Now you need to go ahead and enter your individual score. So the best score or the maximum score that you get is for IELTS 8777, which means the listening part you need to go ahead and get 8 bands and rest all modules will get 7 each. Okay. So we'll go with that. Now it's 8, 7, 7 and 7. Do you have any other language results? ਜੇ ਤੁਸੀਂ French ਦਾ ਵੀ exam ਦਿੱਤਾ ਹੈ, then you'll say yes, otherwise not applicable. Okay. Now comes to work experience. So work experience 'ਚ ਦੋ categories ਆਉਂਦੀਆਂ, work experience gained within Canada and work experience gained outside of Canada. Both they have their own importance, their own scoring. So the first question under work experience is whether you have any work experience within Canada. Now when you are talking about your experience within Canada, so make sure कि वैसे ਤੁਸੀਂ up to 5 years ਤੱਕ ਦਾ ਲਾਸਟ ਦੇ ਅੰਦਰ ਦੇਖ ਸਕਦੇ ਹੋ ਤੁਹਾਡਾ ਐਕਸਪੀਰੀਅੰਸ ਕੈਨੇਡਾ ਦੇ ਅੰਦਰ ਕਿਹੜਾ ਰਿਹਾ ਹੈ, ਕਿੰਨੇ ਸਾਲ ਦਾ ਰਿਹਾ ਹੈ, ਠੀਕ ਹੈ. ਬਟ ਇਫ ਯੂ ਆਰ ਟਾਰਗੇਟਿੰਗ ਕੈਨੇਡੀਅਨ ਐਕਸਪੀਰੀਅੰਸ ਕਲਾਸ for the draws, then there is a different criteria altogether depending on your NOC code ਕਿ ਤੁਸੀਂ ਕਿੰਨੇ ਲਾਸਟ ਈਅਰਸ ਦੇ ਅੰਦਰ ਆਪਣਾ ਐਕਸਪੀਰੀਅੰਸ ਜਿਹੜਾ ਹੈ ਉਹਨੂੰ ਐਲੀਜੀਬਲ ਮੰਨ ਕੇ ਚੱਲ ਸਕਦੇ ਹੋ. ਨਾਓ in Canada experience ਜਿਹੜਾ ਹੈ it needs to be in NOC 0A or B category jobs only. Anything less than that like truck driving or let's say other trades which fall under NOC C or D category jobs, that experience is not counted over here. Okay. Now let's say you don't have any work experience as of now, so we'll go with none. Then in the last 10 years, how many total years of foreign skilled work experience do you have? So this is the experience outside of Canada. Now please remember, when we are talking about Canadian experience or the experience that you have gained while you were working legally in Canada, then us experience de vaste it need not be continuous. So what you can do is you can work for 12 different jobs throughout the year. हर महीने तुसी अलग employer कोल भी काम करते रहो, but same NOC category च जे करी जा रहे हो, you can club that experience to make a 1 year of work experience. But फॉरेन वर्क एक्सपीरियंस ਜਿਹੜਾ ਹੈ ਉਹ ਡਿਫਰੈਂਟ ਵੇ ਨਾਲ ਕੈਲਕੂਲੇਟ ਹੁੰਦਾ ਹੈ. ਸੋ ਫॉरेन वर्क एक्सपीरियंस ਜੋ ਹੈ ਉਹ ਲਾਸਟ 10 ਇਅਰਸ ਦੇ ਅੰਦਰ ਦੇ ਐਕਸਪੀਰੀਅੰਸ ਨੂੰ ਤੁਸੀਂ ਕਾਊਂਟ ਕਰ ਸਕਦੇ ਹੋ. ਅਪ ਟੂ ਮੈਕਸਿਮਮ ਆਫ 3 ਇਅਰਸ ਯੂ ਕੈਨ ਗੇਨ ਦ ਬੈਨੀਫਿਟ, ਬਟ ਯੂ ਨੀਡ ਟੂ ਮੇਕ ਸ਼ੋਰ ਕਿ ਜਿਹੜਾ ਐਕਸਪੀਰੀਅੰਸ ਹੈ ਉਹ ਮਿਨੀਮਮ 1 ਸਾਲ ਦਾ ਜ਼ਰੂਰ ਹੋਵੇ, ਕੰਟੀਨਿਊਸ. ਦੈਟ ਮੀਨਸ which means ਜੇ ਤੁਸੀਂ ਕਿਸੇ ਇੱਕ employer ਕੋਲ ਵਰਕ ਕਰ ਰਹੇ ਹੋ, ਤੁਸੀਂ ਉੱਥੇ ਸਿਰਫ 11 ਮੰਥਸ ਵਰਕ ਕੀਤਾ ਹੈ ਤੇ ਦੂਸਰੇ employer ਕੋਲ ਤੁਸੀਂ 13 ਮੰਥਸ ਲੈਟਸ ਸੇ ਵਰਕ ਕਰ ਲਿਆ, ਤਾਂ ਤੁਹਾਡਾ ਟੋਟਲ ਵਰਕ ਐਕਸਪੀਰੀਅੰਸ 2 ਸਾਲ ਦਾ ਨਹੀਂ ਸਿਰਫ 1 ਸਾਲ ਦਾ ਮੰਨਿਆ ਜਾਏਗਾ, ਕਿਉਂਕਿ ਤੁਸੀਂ ਸਿਰਫ ਇੱਕ employer ਕੋਲ ਮਿਨੀਮਮ 1 ਸਾਲ ਦਾ ਜਿਹੜਾ ਹੈ ਵਰਕ ਐਕਸਪੀਰੀਅੰਸ ਗੇਨ ਕੀਤਾ ਹੈ. ਸੋ ਯੂ ਨੀਡ ਟੂ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਉਹ ਸਾਰੇ ਦੇ ਸਾਰੇ ਕ੍ਰਾਈਟੇਰੀਆ ਨੂੰ ਮੀਟ ਕਰਦਾ. ਇਟ ਇਜ਼ ਕੰਟੀਨਿਊਸ, ਇਟ ਇਜ਼ ਫੁੱਲ ਟਾਈਮ and you were being paid for that work experience and it is within last 10 years. Okay. So that is how you go ahead and calculate your experience. Now there is one more benefit when we are calculating about the foreign work experience. So any experience that you have gained while you were studying outside of Canada, ਉਸ ਨੂੰ ਵੀ ਤੁਸੀਂ ਕਾਊਂਟ ਕਰਕੇ ਚੱਲ ਸਕਦੇ ਹੋ. ਸੋ ਲੈਟਸ ਸੇ ਤੁਸੀਂ ਇੰਡੀਆ ਦੇ ਅੰਦਰ ਆਪਣੀ ਮਾਸਟਰਸ ਜਿਹੜੀ ਉਹ ਡਿਸਟੈਂਸ ਲਰਨਿੰਗ ਤੋਂ ਕਰ ਰਹੇ ਸੀ, ਬਟ ਉਸੇ ਟਾਈਮ ਦੇ ਉੱਤੇ ਤੁਸੀਂ ਜਿਹੜਾ ਹੈ ਆਪਣਾ ਐਕਸਪੀਰੀਅੰਸ ਵੀ ਗੇਨ ਕੀਤਾ. So you can use both the information. You can use the masters as well. You can go ahead and utilize that experience also जो तुसी full time study करते हो या part time study करते हो acquire कितना. That is also valid. Now in these terms we'll go with 3 or more years. So maximum experience ਤੁਹਾਡਾ ਇੰਡੀਆ ਵਾਲਾ ਜਿਹੜਾ ਹੈ ਆਪਾਂ ਉਸ ਦੇ points ਜਿਹੜੇ calculate ਕਰਾਂਗੇ. Then the next question is, do you have a certificate of qualification? Then the next question is, do you have a certificate of qualification from a Canadian province, territory or federal body? Now certificate of qualification क्या होता है? So there are certain trades like let's say bakers
or plumbers, electricians. So these kind of trades, they require a special licensing or an approval from a provincial government that you can work in this occupation. So ਜੇ ਤੁਸੀਂ ਕਿਸੇ ਐਸੀ occupation ਚੋ ਜਿਸ ਨੂੰ ਕਿ licensing ਦੀ requirement ਹੈ, then you go ahead and talk to the provincial authorities. You go ahead and get your experience as well as your education evaluated as per the license standards. In case ਜੇ ਤੁਹਾਨੂੰ ਕੁਝ ਹੋਰ questions ਜਾਂ ਕੁਝ ਹੋਰ exams ਵੀ clear ਕਰਨੇ ਪੈਣ ਇਸ ਵਾਸਤੇ, you go ahead and challenge it and you go ahead and give those exams. So once you have that certificate of qualification, ਉਸ case 'ਚ ਤੁਸੀਂ ਉਰੇ yes ਕਰ ਸਕਦੇ ਹੋ. There are additional 25 points awarded for certificate of qualification. ਇੱਕ ਹੋਰ ਇੰਪੋਰਟੈਂਟ ਪਾਰਟ ਹੈ ਇਸ ਕੁਐਸਚਨ ਦਾ ਕਿ ਜੇ ਤੁਸੀਂ ਇਸ ਨੂੰ ਯੈਸ ਕਰ ਰਹੇ ਹੋ, then you also go ahead and qualify to enter the federal skilled trade draw. Okay, so federal skilled trade ਦੇ draws ਦੇ ਅੰਦਰ enter ਕਰਨ ਲਈ there are two types. One is either get a certificate of qualification or get a job offer under that category from within Canada. So you can definitely go ahead and apply under those categories also. But over here ਆਪਾਂ ਇਸ question ਨੂੰ ਹਲੇ no ਕਰਾਂਗੇ. Then do you have a valid job offer supported by a labor market impact assessment? Now what is labor market impact assessment? So what in case a Canadian employer needs to go ahead and hire you from outside Canada, let's say, or you are within Canada but you are not a Canadian citizen or PR, so ਤੁਹਾਡੇ employer ਨੂੰ ਉਧਰ ਦੀ ESDC ਜਿਹਨੂੰ Employment and Service Development Canada ਆਪਾਂ ਕਹਿੰਦੇ ਹਾਂ, उस ऑर्गेनाइजेशन ਨੂੰ प्रूव करना होता है आफ्टर रनिंग सम एडवर्टाइजिंग्स दैट मैं सक्सेसफुली उरे नहीं हायर कर पा रहा है, पोजीशन फिल इन नहीं कर पा रहा, देन दे गो नीड टू गो अहेड एंड गेट एन अप्रूवल. सो ईदर यू गेट एन LMIA अप्रूवल और यू गेट एन LMIA एग्जेम्प्टेड जॉब ऑफर. सो दीज कंडीशंस ओनली विल डिटर्मिन कि तुहाडे किन्ने पॉइंट्स तुहानूं जॉब ऑफर दे मिल सकते हैं. There are two types of LMIAs that we go for. Let's say for the sake of this I'll go ahead and do it yes. So you can go ahead and see either three types the ਜਿਹੜੇ ਹੈਗੇ job offers ਦੀ mention ਕੀਤਾ ਹੋਇਆ. Now if I go ahead and talk about Knox skill type 00, so ਇਹ ਵਾਲਾ ਜਿਹੜਾ job offer ਹੁੰਦਾ ਹੈ, this kind of LMIA this is also known as kind of an owner operator LMIA, is the weightage है 200 points ਦੀ. So let's say you are at 300 or 350. So ਜੇ ਤੁਹਾਡੇ ਕੋਲ NOC 00 category ਦੀ LMIA available है, you can directly go ahead and add 200 points to your profile. Okay. Then comes NOC A, B or 0 category jobs. So these kind of job offers or LMIAs, they only give you 50 points. So maximum of 50 points can be availed for these kind of job offer. But ये really बहुत help भी कर सकता है ਤੁਹਾਡੇ case ਦੇ ਅੰਦਰ. So in case let's say कि ਤੁਸੀਂ 360, 370, 380 तक हो and you think कि हाँ भाई मेरा job offer ਦੇ बाद भी नहीं बनेगा, मेरी age भी बढ़ती जा रही है, then if you do have a job offer available and LMIA supported, ਤਾਂ 50 points तो ਤੁਹਾਨੂੰ ਮਿਲਣਗੇ ਪਰ ਉਸ job offer ਦੇ base ਤੇ ਤੁਹਾਨੂੰ work permit ਵੀ ਮਿਲ ਸਕਦੀ ਹੈ, which means you get another chance to go ahead and earn more points for your work experience, Canadian work experience. Okay. Now for the sake of this again we'll go ahead and do no for an LMIA. Then comes you do have a nomination certificate from a province or territory. So province or territory तो जो nomination ਦੀ ਆਪਾਂ ਗੱਲ ਕਰ ਰਹੇ ਹਾਂ, that is called a PNP, Provincial Nominee Program. So this kind of certificate if you go ahead and do it a yes over here, ਤੁਸੀਂ details ਪਾਓ ਤਾਂ ਤੁਹਾਨੂੰ 600 points ਮਿਲ ਸਕਦੇ हैं additional ਜੋ ਇਸ profile ਦੇ ਅੰਦਰ add ਹੋ ਸਕਦੇ हैं. Again for the sake of this we'll go with a no. Then do you or your spouse have at least one brother or sister living in a Canada who is citizen or permanent resident? So you need to be biologically related to them, okay, or through marriage or through adoption. But in case you have a brother or sister living in Canada who's a PR or citizen, you can definitely go ahead and claim the points for that, which will give you 15 more points added to your profile. So let's say it's no. Okay, now go ahead and click on calculate your score. So if you scroll down, this is the kind of score you are looking at, 469. Okay, now if we go one by one for the factors, so age as we discussed 20 to 29 de which you get the maximum points, which is 110 points. Now we selected masters for this kid or this applicant, so the level of education you're getting 135 points. Official languages is your IELTS score. So we calculated 8777 as the IELTS score for this one, which is the maximum points 124. Okay. Then there was no spouse for this applicant, so we never included the spouse points. Now you get additional points for a combination of your language as well as education, which is a maximum of 50. So if you have scored 8777 and you have master's degree also, then you get 50 points for it.
If you have a Canadian work experience and your education is also master's, then you can get additional points. However, under this very section you can only gain maximum of 50 points. So अगर आपको ये 50 points मिल चुके हैं, ठीक है, तो ये आप दूसरी जगह पर नहीं क्लेम कर सकते. Then comes the second combination for foreign work experience and language proficiency. So I'll say 777 or foreign work experience 3 or more years, the highest one. Then again you get 50 points. Then Canadian work experience and foreign work experience, again for the combination you get additional points, but again you can claim only maximum of 50 points over here. So then comes your certificate of qualification. हमने no किया था तो 0 points है. Then comes your additional points. So there was no PNP available. There was no job offer that we mentioned. There's no study in Canada. There is no PR or citizen brother or sister available, and there is no French exam given. So if any student is between 21 to 29 years of age, they have 8777, they have done masters and they have 3 or more years of work experience, then they are coming at 469 score, which is a very good score in these days for FSW or the outside applicant draws, you can say. So friends, again, this was how you go ahead and calculate your scores, your CRS score for immigrating to Canada. This will give you a good understanding so that ਤੁਸੀਂ आप evaluate कर सकते हो अपनी प्रोफाइल ਨੂੰ. Once you have this information and knowledge available, it becomes easier to target कि कौन सा pathway या कौन सा factor जिस ਨੂੰ मैं change करके अपने points ਵਧਾ ਸਕਦਾ ਜਾਂ ਵਧਾ ਸਕਦੀ ਹਾਂ. So friends, I hope this resolves a lot of questions that you already had कि मेरी प्रोफाइल ਨੂੰ ਲੈ के क्या scope है, do I directly qualify for PR or no. So keep on following the express entry draws, the round of invitations that keep on happening bi-weekly. In case you do meet the cutoff criteria and your application is already in pool, then you can qualify for Canadian PR directly through express entry system. I hope this information is quite helpful for you guys. Okay, and we are always available over here in case you have any further questions or queries, या ਤੁਹਾਨੂੰ ਕੋਈ ਵੀ factors जो समझ नहीं आ रहे हैं, or you want to know कि ਤੁਸੀਂ ਆਪਣੀ profile ਨੂੰ ਹੋਰ ਕਿਵੇਂ improve ਕਰ ਸਕਦੇ ਹੋ, even ਜੇ ਤੁਹਾਡਾ score ਘੱਟ ਆ ਰਿਹਾ ਤਾਂ ਵੀ, ठीक है. So definitely you can get in touch with us. जो ਅਸੀਂ information provide ਕੀਤੀ ਹੋਈ ਹੈ, contact details, you can write to us, you can email it to us, you can WhatsApp it, you can call us, you can feel free to walk into any of our offices. So thank you friends. This is Anurag Sharma from SIEC. I hope you have a nice and wonderful day.